ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਨਮ ਸਾਖੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਭਗਵਾਨ ਸ਼੍ਰੀ ਚੰਦ ਜੀ ਨੇ ਹਰਿਦੁਆਰ ਜਾ ਕੇ ਉਪਦੇਸ਼ ਦੇਣਾ। ਜਗਤ ਗੁਰੂ ਸ਼੍ਰੀ ਚੰਦ ਜੀ ਮਹਾਰਾਜ ਬਾਲ ਬ੍ਰਹਮਚਾਰੀ ਸੰਸਾਰ ਦੀ ਕਲਿਆਣ ਕਰਦੇ ਹੋਏ ਹਰਿਦੁਆਰ ਗਏ। ਜਿੱਥੇ ਜਾ ਕੇ ਆਪ ਜੀ ਨੇ ਆਸਣ ਲਾਇਆ, ਉੱਥੇ ਸੁੱਕੀ ਹੋਈ ਟਾਹਲੀ ਸੀ, ਜਿਸ ਦੇ ਹੇਠ ਆਪ ਜਾ ਬਿਰਾਜੇ। ਜਦ ਆਪ ਜੀ ਸੁੱਕੀ ਹੋਈ ਟਾਹਲੀ ਦੇ ਥੱਲੇ ਬੈਠ ਗਏ ਤਾਂ ਉਸ ਵੇਲੇ ਹਰੀ ਭਰੀ ਹੋ ਗਈ। ਇਹ ਅਸਥਾਨ ਕਨਖਲ ਅਤੇ ਹਰਿਦੁਆਰ ਦੇ ਦਰਮਿਆਨ ਵਿੱਚ ਹੈ, ਜਿਸ ਨੂੰ ਭਗਵਾਨ ਨੇ ਪਵਿੱਤਰ ਸਮਝ ਕੇ ਡੇਰਾ ਲਾਇਆ ਸੀ। ਇਸ ਅਸਥਾਨ ਦਾ ਪ੍ਰਾਚੀਨ ਨਾਮ ਸ਼੍ਰੀ ਚੰਦਰ ਮੰਦਰ ਕਰਕੇ ਪ੍ਰਸਿੱਧ ਹੈ। ਇਹ ਅਸਥਾਨ ਅਖਾੜਾ ਬ੍ਰਹਮ ਬੂਟਾ ਸਾਹਿਬ ਜੀ ਅੰਮ੍ਰਿਤਸਰ ਦੇ ਨਾਂ ਸੰਬੰਧ ਰੱਖਦਾ ਹੈ। ਮਹਾਰਾਜ ਉਪਦੇਸ਼ ਕਰਦੇ ਰਹੇ। ਹਰ ਰੋਜ਼ ਹਜ਼ਾਰਾਂ ਪ੍ਰਾਣੀ ਆ ਕੇ ਯੋਗੀ ਰਾਜ ਤੋਂ ਧਰਮ ਉਪਦੇਸ਼ ਸੁਣਦੇ ਅਤੇ ਆਪਣਾ ਜੀਵਨ ਸਫਲ ਕਰਦੇ। ਪਹਿਲੇ ਦਿਨ ਦੇ ਉਪਦੇਸ਼ ਵਿੱਚ ਯੋਗੀ ਰਾਜ ਜੀ ਨੇ ਕਿਹਾ ਕਿ ਹੇ ਜਗਿਆਸੂ, ਤੁਸੀਂ ਬੜੇ ਉੱਚ ਭਾਗਾਂ ਵਾਲੇ ਹੋ, ਜੋ ਸ਼੍ਰੀ ਗੰਗਾ ਜੀ ਦੇ ਕੰਢੇ ਨਿਵਾਸ ਰੱਖਦੇ ਹੋ ਅਤੇ ਪਾਪਾਂ ਦਾ ਨਾਸ਼ ਕਰਨ ਵਾਲੀ ਸ਼੍ਰੀ ਗੰਗਾ ਜੀ ਵਿੱਚ ਰੋਜ਼ ਇਸ਼ਨਾਨ ਕਰਦੇ ਹੋ। ਸ਼੍ਰੀ ਗੰਗਾ ਜੀ ਵਿੱਚ ਇਸ਼ਨਾਨ ਕਰਨ ਦਾ ਬੜਾ ਮਹਾਤਮ ਹੈ। ਤਾਂ ਇੱਕ ਭਗਤ ਨੇ ਬੇਨਤੀ ਕੀਤੀ ਕਿ ਮਹਾਰਾਜ, ਅੱਜ ਸਾਨੂੰ ਸ਼੍ਰੀ ਗੰਗਾ ਜੀ ਦੇ ਸੰਬੰਧ ਵਿੱਚ ਪਿਛਲਾ ਪ੍ਰਕਰਨ ਸੁਣਾਓ ਕਿ ਸ਼੍ਰੀ ਗੰਗਾ ਜੀ ਇਸ ਧਰਤੀ ਉੱਤੇ ਕਿਸ ਤਰ੍ਹਾਂ ਆਈ। ਇਸ ਦਾ ਨਿਰਣਾ ਕਰਕੇ ਸਾਨੂੰ ਕਿਰਤਾਰਥ ਕਰੋ। ਭਗਵਾਨ ਨੇ ਕਿਹਾ, ਭਗਤ ਨੇ ਸੁੰਦਰ ਪ੍ਰਸ਼ਨ ਕੀਤਾ ਹੈ। ਸ਼੍ਰੀ ਗੰਗਾ ਜੀ ਦੇ ਕਿਨਾਰੇ 'ਤੇ ਬੈਠੇ ਹਾਂ। ਅਸੀਂ ਇਸ ਕਥਾ ਨੂੰ ਅੱਜ ਸੰਖੇਪ ਰੂਪ ਵਿੱਚ ਵਰਣਨ ਕਰਦੇ ਹਾਂ। ਰਾਜਾ ਸਗਰ ਦੇ 2 ਪੁੱਤਰ ਸਨ। ਬੜਾ ਲੜਕਾ ਅਸਮੰਜਸ ਜੋਗੀ ਸੀ। ਉਹ ਪ੍ਰਜਾ ਨੂੰ ਦੁੱਖ ਦਿੰਦਾ ਸੀ। ਰਾਜੇ ਨੇ ਲੋਕਾਂ ਦੀ ਤਕਲੀਫ ਵੇਖ ਕੇ ਉਸ ਨੂੰ ਘਰ ਤੋਂ ਨਿਕਾਲ ਦਿੱਤਾ ਅਤੇ ਅੰਸ਼ੁਮਾਨ ਜੋ ਪੋਤਾ ਸੀ ਉਸ ਨੂੰ ਪਾਸ ਰੱਖਿਆ। ਰਾਜਾ ਸਗਰ ਨੇ 100 ਅਸ਼ਵਮੇਧ ਯੱਗ ਕਰਨ ਦੀ ਤਿਆਰੀ ਕੀਤੀ। ਬਹੁਤ ਸਾਰੀ ਸਮੱਗਰੀ ਇਕੱਠੀ ਕੀਤੀ, ਵਿਦਵਾਨ ਬੁਲਾਏ। 1-2 ਕਰਕੇ 99 ਯੱਗ ਰਾਜੇ ਨੇ ਕਰ ਦਿੱਤੇ। ਜਦ 100ਵਾਂ ਯੱਗ ਕਰਨ ਲੱਗੇ ਤਾਂ ਸ਼ਾਮ ਕਰਨ ਘੋੜਾ ਛੱਡ ਦਿੱਤਾ, ਜਿਸ ਦੇ ਮਗਰ 60,000 ਪੁੱਤਰ ਰਾਖੀ ਕਰਨ ਵਾਸਤੇ ਭੇਜ ਦਿੱਤੇ ਕਿ ਅਗਰ ਕੋਈ ਇਸ ਘੋੜੇ ਨੂੰ ਫੜੇ ਤਾਂ ਯੁੱਧ ਕਰਕੇ ਘੋੜਾ ਛੁਡਾ ਲੈਣਾ। ਉੱਧਰ ਇੰਦਰ ਨੂੰ ਫਿਕਰ ਪੈ ਗਿਆ ਕਿ ਜੇਕਰ ਰਾਜੇ ਨੇ 100 ਯੱਗ ਪੂਰੇ ਕਰ ਲਏ ਤਾਂ ਉਹ ਮੇਰੇ ਪਾਸੋਂ ਇੰਦਰਪੁਰੀ ਖੋਹ ਲਵੇਗਾ। ਤਬ ਇੰਦਰ ਨੇ ਉਹ ਘੋੜਾ ਚੋਰੀ ਕਰਕੇ ਕਪਲ ਦੇਵ ਰਿਸ਼ੀ ਦੇ ਆਸ਼ਰਮ ਉੱਤੇ ਲਿਆ ਕੇ ਬੰਨ੍ਹ ਦਿੱਤਾ ਅਤੇ ਆਪ ਇੰਦਰ ਲੋਪ ਹੋ ਗਿਆ। ਤਦ ਸਗਰ ਦੇ 60,000 ਪੁੱਤਰਾਂ ਨੇ 14 ਲੋਕ ਢੂੰਡ ਮਾਰੇ, ਕਿੱਧਰੋਂ ਵੀ ਘੋੜਾ ਪ੍ਰਾਪਤ ਨਾ ਹੋਇਆ। ਇਸ ਤਰ੍ਹਾਂ ਧਰਤੀ ਵੀ ਖੋਜੀ, ਭਾਵ ਪੱਟੀ ਅਤੇ ਕਪਲ ਦੇਵ ਜੀ ਦੇ ਅਸਥਾਨ ਤੋਂ ਘੋੜੇ ਦੀ ਪ੍ਰਾਪਤੀ ਹੋਈ। ਕਪਲ ਦੇਵ ਨੂੰ ਚੋਰ ਸਮਝ ਕੇ ਕਈ ਦੂਰ ਬਚਨ ਭੀ ਕਛੇ। ਉੱਧਰ ਕਪਲ ਦੇਵ ਜੀ ਦੀ ਸਮਾਧੀ ਖੁੱਲ੍ਹ ਗਈ। ਜਦ ਉਹਨਾਂ ਨੇ ਕਠੋਰ ਬਚਨ ਸੁਣੇ ਅਤੇ ਕ੍ਰੋਧ ਨਾਲ ਦੇਖਿਆ ਤਾਂ ਰਾਜਾ ਸਗਰ ਦੇ 60,000 ਪੁੱਤਰ ਵੀ ਭਸਮ ਹੋ ਗਏ। ਬਹੁਤ ਦੇਰ ਤੱਕ ਰਾਜਾ ਸਗਰ ਦੇ ਪੁੱਤਰ ਵਾਪਸ ਨਾ ਆਏ ਤਾਂ ਸਗਰ ਨੇ ਆਪਣੇ ਪੋਤੇ ਆਯੁਸ਼ਮਾਨ ਨੂੰ ਕਿਹਾ ਕਿ ਤੂੰ ਜਾ ਕੇ ਪਤਾ ਕਰ, ਹੁਣ ਤੱਕ ਕੋਈ ਮੁੜ ਕੇ ਨਹੀਂ ਆਇਆ ਹੈ। ਤਾਂ ਉਹ ਢੂੰਡਦਾ ਫਿਰਦਾ ਕਪਲ ਮੁਨੀ ਜੀ ਦੇ ਆਸ਼ਰਮ ਉੱਤੇ ਗਿਆ। ਉਸਨੇ ਘੋੜਾ ਬੱਧਾ ਹੋਇਆ ਦੇਖ ਕੇ ਕਪਲ ਦੇਵ ਜੀ ਦੀ ਬੜੀ ਉਪਮਾ ਕੀਤੀ। ਜਦ ਕਪਲ ਦੇਵ ਜੀ ਦੀ ਵਡਿਆਈ ਕੀਤੀ
ਤਾਂ ਉਹ ਬੜੇ ਪ੍ਰਸੰਨ ਹੋਏ ਅਤੇ ਕਿਹਾ ਕਿ ਇਹ ਉਸ ਵੇਲੇ ਹੋਵੇਗੀ ਜਦ ਤੂੰ ਸ਼੍ਰੀ ਗੰਗਾ ਜੀ ਨੂੰ ਲਿਆਵੇਂਗਾ। ਆਯੁਸ਼ਮਾਨ ਨੇ ਸਾਰੀ ਵਾਰਤਾ ਰਾਜਾ ਸਗਰ ਨੂੰ ਜਾ ਕੇ ਸੁਣਾਈ। ਉਸੀ ਵੇਲੇ ਸਗਰ ਨੇ ਯੱਗ ਕਰਕੇ ਆਪਣਾ ਰਾਜ ਆਯੁਸ਼ਮਾਨ ਨੂੰ ਦੇ ਦਿੱਤਾ ਅਤੇ ਆਪ ਸੰਸਾਰ ਤੋਂ ਉਪਰਾਮ ਹੋ ਕੇ ਜੰਗਲ ਵੱਲ ਚਲਾ ਗਿਆ। ਜਾ ਕੇ ਸਿਮਰਨ ਕਰਨ ਲੱਗਾ। ਅੰਤ ਨੂੰ ਸਰੀਰ ਤਿਆਗ ਗਿਆ ਕਿ ਮੁਕਤੀ ਪ੍ਰਾਪਤ ਕੀਤੀ। ਇਸੇ ਤਰ੍ਹਾਂ ਆਯੁਸ਼ਮਾਨ ਰਾਜ ਛੱਡ ਕੇ ਦਲੀਪ ਨੂੰ ਗੱਦੀ ਦੇ ਕੇ ਤਪ ਕਰਨ ਵਾਸਤੇ ਚਲਾ ਗਿਆ ਅਤੇ ਤਪੱਸਿਆ ਕਰਕੇ ਪਰਮ ਗਤੀ ਪ੍ਰਾਪਤ ਕੀਤੀ। ਜਿਸ ਵੇਲੇ ਆਯੁਸ਼ਮਾਨ ਰਾਜਾ ਦਲੀਪ ਨੂੰ ਰਾਜ ਗੱਦੀ ਦੇ ਕੇ ਤਪ ਕਰਦਾ ਹੋਇਆ ਪਰਮ ਗਤੀ ਨੂੰ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਦਲੀਪ ਨੇ ਵੀ ਤਪ ਕਰਨਾ ਆਰੰਭ ਕੀਤਾ ਤਾਂ ਕਿ ਸ਼੍ਰੀ ਗੰਗਾ ਜੀ ਲਿਆ ਕੇ ਆਪਣੇ ਦਾਦਿਆਂ ਦੀ ਮੁਕਤੀ ਕੀਤੀ ਜਾਵੇ। ਇਸ ਤਰ੍ਹਾਂ ਦਲੀਪ ਵੀ ਤਪ ਕਰਦਾ ਹੋਇਆ ਪਰਮ ਗਤੀ ਪ੍ਰਾਪਤ ਕਰ ਗਿਆ। ਉਸ ਤੋਂ ਉਪਰੰਤ ਭਗੀਰਥ ਛੋਟੀ ਅਵਸਥਾ ਵਿੱਚ ਤਪ ਕਰਨ ਵਾਸਤੇ ਚਲਾ ਗਿਆ। ਭਗੀਰਥ ਨੇ ਬੜੀ ਕਠਿਨ ਤਪੱਸਿਆ ਕੀਤੀ। ਤਦ ਗੰਗਾ ਜੀ ਪ੍ਰਸੰਨ ਹੋ ਗਈ ਅਤੇ ਕਹਿਣ ਲੱਗੀ ਕਿ ਮੈਂ ਮਾਤ ਲੋਕ ਵਿੱਚ ਜਾਵਾਂਗੀ ਤਾਂ ਕਿ ਤੇਰੇ ਦਰ ਵਡੇਰਿਆਂ ਦੀ ਕਲਿਆਣ ਹੋ ਜਾਵੇ। ਮਗਰ ਗੰਗਾ ਨੇ ਭਗੀਰਥ ਅੱਗੇ 2 ਸਵਾਲ ਪੇਸ਼ ਕੀਤੇ। ਪਹਿਲੀ ਗੱਲ ਇਹ ਸੀ ਕਿ ਮੈਨੂੰ ਧਾਰਨ ਕੌਣ ਕਰੇਗਾ। ਦੂਸਰਾ, ਜੋ ਪਾਪੀ ਮੇਰੇ ਵਿੱਚ ਇਸ਼ਨਾਨ ਕਰਨਗੇ ਉਸ ਪਾਪ ਦੀ ਨਿਵਰਤੀ ਹੋਣ ਉੱਤੇ ਉਹ ਮੁਕਤ ਹੋ ਜਾਵੇਗਾ। ਉਹਨਾਂ ਦੇ ਪਾਪਾਂ ਦਾ ਦੋਸ਼ ਕੌਣ ਸਹਾਰੇਗਾ। ਤਾਂ ਭਗੀਰਥ ਨੇ ਕਿਹਾ ਕਿ ਜੋ ਪਾਪੀ ਤੇਰੇ ਵਿੱਚ ਇਸ਼ਨਾਨ ਕਰਨਗੇ ਉਹ ਪਾਪ ਜੋ ਤੇਰੇ ਵਿੱਚ ਛੱਡ ਜਾਣਗੇ ਉਹਨਾਂ ਪਾਪਾਂ ਦਾ ਨਿਵਰਤੀ ਮਹਾਤਮਾ ਜੋ ਤੇਰੇ ਵਿੱਚ ਇਸ਼ਨਾਨ ਕਰ ਦੇਣਗੇ। ਮਹਾਂਪੁਰਸ਼ਾਂ ਦੀ ਧੂੜੀ ਨਾਲ ਕੋਟ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਦੂਸਰੀ ਜੋ ਕਠਿਨ ਬਾਤ ਹੈ ਉਸ ਦੇ ਲਈ ਮੈਂ ਸ਼ਿਵਾਂ ਦੀ ਭਗਤੀ ਕਰਦਾ ਹਾਂ। ਉਹ ਧਾਰਨ ਕਰਨ ਦੇ ਸਮਰੱਥ ਹਨ। ਇਸ ਤਰ੍ਹਾਂ ਭਗੀਰਥ ਸ਼ਿਵਾਂ ਦੀ ਭਗਤੀ ਕਰਨ ਲੱਗ ਗਿਆ। ਸ਼ਿਵ ਜੀ ਪ੍ਰਸੰਨ ਹੋ ਗਏ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਗੰਗਾ ਨੂੰ ਧਾਰਨ ਕਰਦੇ ਹਾਂ। ਫਿਰ ਭਗੀਰਥ ਨੇ ਬ੍ਰਹਮਾ ਜੀ ਤੋਂ ਗੰਗਾ ਮੰਗੀ। ਤਦ ਬ੍ਰਹਮਾ ਜੀ ਨੇ ਗੰਗਾ ਛੱਡ ਦਿੱਤੀ। ਗੰਗਾ ਜੀ ਨੇ ਕਿਹਾ ਕਿ ਆਪ ਅੱਗੇ ਅੱਗੇ ਚਲੋ, ਮੈਂ ਪਿੱਛੇ ਆਵਾਂਗੀ। ਜਿੱਥੇ ਤੇਰੇ ਬੜੇ ਭਸਮ ਹੋਏ ਸਨ, ਜਿੱਥੇ ਤੇਰੇ ਬੁੜੇ ਭਸਮ ਹੋਏ ਸਨ ਉਸ ਜਗ੍ਹਾ ਵੱਲ ਮਗਰ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ। ਅਗਰ ਪਿੱਛੇ ਮੁੜ ਕੇ ਵੇਖੇਗਾ ਤੇ ਮੈਂ ਉੱਤੇ ਹੀ ਰੁਕ ਜਾਵਾਂਗੀ। ਭਗੀਰਥ ਅੱਗੇ ਹੋ ਕੇ ਤੁਰ ਪਿਆ। ਕੁਛ ਦੂਰ ਜਾ ਕੇ ਮਨ ਵਿੱਚ ਸੰਸ਼ੇ ਹੋ ਗਿਆ ਕਿ ਗੰਗਾ ਮਗਰ ਆਉਂਦੀ ਵੀ ਹੈ ਜਾਂ ਨਹੀਂ। ਇਸ ਸੰਦੇਹ ਵਿੱਚ ਭਗੀਰਥ ਪਿੱਛੇ ਵੇਖਣ ਲੱਗਾ ਤਾਂ ਗੰਗਾ ਉੱਥੇ ਹੀ ਅਟਕ ਗਈ। ਭਗੀਰਥ ਮਨ ਵਿੱਚ ਪਛਤਾਵਾ ਕਰਕੇ ਫਿਰ ਤਪ ਕਰਨ ਲੱਗ ਗਿਆ। ਤਦ ਗੰਗਾ ਨੇ ਕਿਹਾ ਕਿ ਆਪ ਅੱਗੇ ਚਲੋ, ਮੈਂ ਆਉਂਦੀ ਹਾਂ। ਫਿਰ ਭਗੀਰਥ ਅੱਗੇ ਅੱਗੇ ਨੱਸ ਤੁਰਿਆ ਅਤੇ ਜਿੱਥੇ ਉਸਦੇ ਵਡੇਰੇ ਭਸਮ ਹੋਏ ਸਨ ਉਸ ਜਗ੍ਹਾ ਤੋਂ ਹੁੰਦਾ ਹੋਇਆ ਭਗੀਰਥ ਗਿਆ ਅਤੇ ਗੰਗਾ ਜੀ ਨੂੰ ਸਮੁੰਦਰ ਤੱਕ ਲੈ ਗਿਆ। ਇਸ ਤਰ੍ਹਾਂ ਇਹ ਗੰਗਾ ਇਸ ਸੰਸਾਰ ਵਿੱਚ ਆਈ। ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਕਿਹਾ ਕਿ ਇਹ ਗੰਗਾ ਸਰਬ ਪਾਪ ਨਾਸ਼ ਕਰਦੀ ਹੈ। ਜਦ ਤੱਕ ਕਿਸੇ ਪ੍ਰਾਣੀ ਦੀ ਹੱਡੀ ਗੰਗਾ ਵਿੱਚ ਰਹੇਗੀ ਉਸ ਪੁਰਸ਼ ਦੀ ਸਦਗਤੀ ਰਹੇਗੀ। ਇਸ ਗੰਗਾ ਦੇ ਲਿਆਉਣ ਲਈ ਸਗਰ ਤੋਂ ਲੈ ਕੇ ਭਗੀਰਥ ਤੱਕ ਸਭ ਰਾਜਾਓਂ ਨੇ ਮਹਾਨ ਤਪੱਸਿਆ ਕੀਤੀ ਹੈ, ਜਿਸ ਕਰਕੇ ਇਹ ਗੰਗਾ ਇਸ ਧਰਤੀ 'ਤੇ ਆਈ ਸੀ। ਇਸ ਤਰ੍ਹਾਂ ਗੰਗਾ ਦੇ ਆਉਣ ਦੀ ਵਾਰਤਾ ਸ਼੍ਰੀ ਚੰਦ ਜੀ ਭਗਵਾਨ ਜੀ ਨੇ ਸੁਣਾ ਕੇ ਕਥਾ ਦੀ ਸਮਾਪਤੀ ਕਰ ਦਿੱਤੀ ਅਤੇ ਕਿਹਾ ਕਿ ਕੱਲ੍ਹ ਫਿਰ ਧਰਮ ਉਪਦੇਸ਼ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।